ਹੈਲੋ ਸਟੂਡੈਂਟਸ, ਅੱਜ ਦੇ ਵੀਡੀਓ ਲੈਕਚਰ ਵਿੱਚ ਅਸੀਂ ਡਿਸੀਜਨ ਮੇਕਿੰਗ ਸਟੇਟਮੈਂਟਸ ਬਾਰੇ ਸਿੱਖਾਂਗੇ। ਡਿਸੀਜਨ ਮੇਕਿੰਗ ਸਟੇਟਮੈਂਟਸ ਨੂੰ ਕੰਡੀਸ਼ਨਲ ਕੰਟਰੋਲ ਸਟੇਟਮੈਂਟਸ ਵੀ ਕਹਿੰਦੇ ਹਨ। ਅੱਜ ਦਾ ਜੋ ਟੌਪਿਕ ਹੈ ਇਹ 11ਵੀਂ ਜਮਾਤ ਦੀ ਕੰਪਿਊਟਰ ਸਾਇੰਸ ਦੀ ਕਿਤਾਬ ਪਾਠ 5ਵਾਂ ਕੰਟਰੋਲ ਫਲੋ ਭਾਗ 1 ਵਿੱਚੋਂ ਲਿਆ ਗਿਆ ਹੈ। ਅੱਜ ਅਸੀਂ ਇਫ ਸਟੇਟਮੈਂਟ, ਇਫ ਐਲਸ ਸਟੇਟਮੈਂਟ ਅਤੇ ਐਲਸ ਇਫ ਸਟੇਟਮੈਂਟ ਬਾਰੇ ਸਿੱਖਾਂਗੇ। ਸੋ ਵਿਦਿਆਰਥੀਓ, ਸ਼ੁਰੂ ਕਰਦੇ ਹਾਂ ਡਿਸੀਜਨ ਮੇਕਿੰਗ ਸਟੇਟਮੈਂਟਸ। ਪਿਆਰੇ ਬੱਚਿਓ, ਅੱਜ ਦਾ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਕੰਟਰੋਲ ਫਲੋ ਸਟੇਟਮੈਂਟਸ ਕੀ ਹੁੰਦੀਆਂ ਹਨ ਥੋੜਾ ਜਿਹਾ ਸਮਝ ਲਈਏ। ਕੰਟਰੋਲ ਫਲੋ ਸਟੇਟਮੈਂਟਸ ਤਿੰਨ ਕਿਸਮਾਂ ਦੀਆਂ ਹੁੰਦੀਆਂ ਹਨ: ਕੰਡੀਸ਼ਨਲ ਕੰਟਰੋਲ ਸਟੇਟਮੈਂਟਸ, ਜੰਪਿੰਗ ਸਟੇਟਮੈਂਟਸ ਅਤੇ ਲੂਪਿੰਗ ਸਟੇਟਮੈਂਟਸ। ਕੰਡੀਸ਼ਨਲ ਕੰਟਰੋਲ ਸਟੇਟਮੈਂਟਸ ਨੂੰ ਅਸੀਂ ਡਿਸੀਜਨ ਮੇਕਿੰਗ ਸਟੇਟਮੈਂਟਸ ਵੀ ਕਹਿ ਸਕਦੇ ਹਾਂ। ਇਫ ਸਟੇਟਮੈਂਟ, ਇਫ ਐਲਸ ਸਟੇਟਮੈਂਟ, ਐਲਸ ਇਫ ਸਟੇਟਮੈਂਟ ਅਤੇ ਸਵਿਚ ਸਟੇਟਮੈਂਟ, ਇਹ ਚਾਰੋਂ ਹੀ ਕੰਡੀਸ਼ਨਲ ਕੰਟਰੋਲ ਸਟੇਟਮੈਂਟਸ ਹਨ। ਬ੍ਰੇਕ ਸਟੇਟਮੈਂਟ, ਕੰਟੀਨਿਊ ਸਟੇਟਮੈਂਟ ਅਤੇ ਗੋ ਟੂ ਸਟੇਟਮੈਂਟ, ਇਹ ਤਿੰਨੋਂ ਹੀ ਜੰਪਿੰਗ ਸਟੇਟਮੈਂਟਸ ਹਨ। ਫॉर ਲੂਪ, ਵਾਈਲ ਲੂਪ, ਡੂ ਵਾਈਲ ਲੂਪ, ਇਹ ਤਿੰਨੋਂ ਹੀ ਲੂਪਿੰਗ ਸਟੇਟਮੈਂਟਸ ਹਨ। ਵਿਦਿਆਰਥੀਓ, ਕੰਟਰੋਲ ਫਲੋ ਸਟੇਟਮੈਂਟਸ ਇਹਨਾਂ ਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਹੈ? ਸੀ ਦਾ ਜੋ ਕੰਪਾਈਲਰ ਹੈ ਉਹ ਇੰਸਟਰਕਸ਼ਨਸ ਨੂੰ ਲਾਈਨ ਬਾਈ ਲਾਈਨ ਐਗਜ਼ੀਕਿਊਟ ਕਰਦਾ ਹੈ। ਉਸ ਐਗਜ਼ੀਕਿਊਸ਼ਨ ਦੇ ਫਲੋ ਨੂੰ ਰੋਕਣ ਲਈ ਜਾਂ ਫਲੋ ਨੂੰ ਕੰਟਰੋਲ 'ਚ ਕਰਨ ਲਈ ਪ੍ਰੋਗਰਾਮਰ ਇਹਨਾਂ ਸਟੇਟਮੈਂਟਸ ਦੀ ਵਰਤੋਂ ਕਰਦਾ ਹੈ। ਸੋ ਵਿਦਿਆਰਥੀਓ, ਹੁਣ ਅਸੀਂ ਅੱਜ ਦਾ ਜੋ ਟੌਪਿਕ ਹੈ ਸਾਡਾ ਇਫ ਸਟੇਟਮੈਂਟ, ਇਫ ਐਲਸ ਸਟੇਟਮੈਂਟ ਅਤੇ ਐਲਸ ਇਫ ਸਟੇਟਮੈਂਟ, ਇਹਨਾਂ ਨੂੰ ਵਿਸਤਾਰ ਨਾਲ ਸਮਝਾਂਗੇ। ਚਲੋ ਸ਼ੁਰੂ ਕਰਦੇ ਹਾਂ। ਇਫ ਸਟੇਟਮੈਂਟ। ਪਿਆਰੇ ਬੱਚਿਓ, ਹੁਣ ਅਸੀਂ ਇਫ ਸਟੇਟਮੈਂਟ ਬਾਰੇ ਥੋੜਾ ਜਿਹਾ ਸਿੱਖਾਂਗੇ ਕਿ ਇਫ ਸਟੇਟਮੈਂਟ ਕੀ ਹੁੰਦੀ ਹੈ। ਜਦੋਂ ਸੀ ਪ੍ਰੋਗਰਾਮ ਵਿੱਚ ਲਗਾਈ ਗਈ ਕੰਡੀਸ਼ਨ ਦਾ ਪਰਿਣਾਮ ਜਾਂ ਇਨਪੁਟ ਟਰੂ ਹੁੰਦਾ ਹੈ ਤਾਂ ਬਲੌਕ ਆਫ ਸਟੇਟਮੈਂਟ 1, 2, n ਤੱਕ ਦੀਆਂ ਜਿੰਨੀਆਂ ਵੀ ਸਟੇਟਮੈਂਟਸ ਹੁੰਦੀਆਂ ਹਨ ਉਹ ਐਗਜ਼ੀਕਿਊਟ ਹੋ ਜਾਣਗੀਆਂ। ਜੇਕਰ ਪਰਿਣਾਮ ਜਾਂ ਇਨਪੁਟ ਫਾਲਸ ਹੁੰਦਾ ਹੈ ਤਾਂ ਪ੍ਰੋਗਰਾਮ ਇਫ ਬਲੌਕ ਨੂੰ ਬਾਈਪਾਸ ਕਰਦਾ ਹੋਇਆ ਸਿੱਧਾ ਬਾਹਰ ਆ ਜਾਵੇਗਾ ਜਾਂ ਫਿਰ ਇਫ ਬਲੌਕ ਤੋਂ ਬਾਅਦ ਜੋ ਵੀ ਸਟੇਟਮੈਂਟ ਹੋਏਗੀ ਉਸ ਨੂੰ ਐਗਜ਼ੀਕਿਊਟ ਕਰੇਗਾ। ਵਿਦਿਆਰਥੀਓ, ਹੁਣ ਅਸੀਂ ਇਫ ਸਟੇਟਮੈਂਟ ਦੇ ਫਲੋ ਚਾਰਟ ਅਤੇ ਸਿੰਟੈਕਸ ਦੀ ਮਦਦ ਨਾਲ ਇਫ ਕੰਡੀਸ਼ਨ ਨੂੰ ਪ੍ਰੋਗਰਾਮ ਵਿੱਚ ਕਿਵੇਂ ਅਪਲਾਈ ਕਰਨਾ ਹੈ ਇਸ ਬਾਰੇ ਸਿੱਖਾਂਗੇ। ਜਿਵੇਂ ਕਿ ਤੁਸੀਂ ਸਕਰੀਨ ਤੇ ਦਿੱਤੇ ਫਲੋ ਚਾਰਟ ਨੂੰ ਦੇਖ ਰਹੇ ਹੋ, ਪ੍ਰੋਗਰਾਮ ਦੇ ਬੇਸਿਕ ਫਲੋ ਤੋਂ ਬਾਅਦ ਕੰਡੀਸ਼ਨ ਲਗਾਈ ਗਈ ਹੈ ਜੋ ਕਿ ਇਨਪੁਟ ਵੈਲਿਊ ਨੂੰ ਚੈੱਕ ਕਰੇਗੀ। ਜੇਕਰ ਵੈਲਿਊ ਟਰੂ ਹੈ ਤਾਂ ਪ੍ਰੋਗਰਾਮ ਇਫ ਬਲੌਕ ਨੂੰ ਐਗਜ਼ੀਕਿਊਟ ਕਰੇਗਾ। ਜੇਕਰ ਇਨਪੁਟ ਵੈਲਿਊ ਫਾਲਸ ਹੈ ਤਾਂ ਪ੍ਰੋਗਰਾਮ ਇਫ ਬਲੌਕ ਨੂੰ ਸਕਿਪ ਕਰ ਦੇਵੇਗਾ ਅਤੇ ਇਫ ਬਲੌਕ ਤੋਂ ਬਾਅਦ ਜੋ ਵੀ ਸਟੇਟਮੈਂਟ ਹੋਵੇਗੀ ਉਸ ਨੂੰ ਪ੍ਰਿੰਟ ਕਰਵਾ ਦੇਵੇਗਾ। ਹੁਣ ਅਸੀਂ ਸਿੰਟੈਕਸ ਨੂੰ ਦੇਖੀਏ ਤਾਂ ਇਫ ਕੰਡੀਸ਼ਨ ਅਤੇ ਬ੍ਰੇਸਿਸ ਦੇ ਵਿੱਚ ਇਫ ਬਲੌਕ ਦੀਆਂ ਸਟੇਟਮੈਂਟਸ ਹਨ ਜੋ ਕਿ ਕੰਡੀਸ਼ਨ ਟਰੂ ਹੋਣ ਤੇ ਐਗਜ਼ੀਕਿਊਟ ਹੋਣਗੀਆਂ। ਸੋ ਇਸ ਫਲੋ ਚਾਰਟ ਅਤੇ ਸਿੰਟੈਕਸ ਤੋਂ ਅਸੀਂ ਸਿੱਖਿਆ ਕਿ ਇਫ ਕੰਡੀਸ਼ਨ ਕਿਵੇਂ ਕੰਮ ਕਰਦੀ ਹੈ। ਹੁਣ ਅਸੀਂ ਫਲੋ ਚਾਰਟ ਅਤੇ ਸਿੰਟੈਕਸ ਦੀ ਮਦਦ ਨਾਲ ਪ੍ਰੋਗਰਾਮ ਬਣਾਵਾਂਗੇ। ਵਿਦਿਆਰਥੀਓ, ਹੁਣ ਅਸੀਂ ਇੱਕ ਸੀ ਪ੍ਰੋਗਰਾਮ ਦੀ ਮਦਦ ਨਾਲ ਦੇਖਾਂਗੇ ਕਿ ਇਫ ਸਟੇਟਮੈਂਟ ਪ੍ਰੋਗਰਾਮ ਦੇ ਵਿੱਚ ਕਿਵੇਂ ਕੰਮ ਕਰਦੀ ਹੈ। ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਇੰਟ a, ਇੱਕ a ਵੇਰੀਏਬਲ ਲਿਆ ਸੀ, ਪ੍ਰਿੰਟ ਐਫ, ਇੱਕ ਲਾਈਨ ਪ੍ਰਿੰਟ ਕਰਾਵਾਂਗੇ, ਐਂਟਰ ਯੂਅਰ ਮਾਰਕਸ। ਇਹ ਲਾਈਨ ਅਸੀਂ ਪ੍ਰਿੰਟ ਕਰਵਾਈ ਹੈ ਕਿਉਂਕਿ ਅਸੀਂ ਯੂਜ਼ਰ ਤੋਂ ਕੋਈ ਇਨਪੁਟ ਲੈਣੀ ਹੈ। ਸਕੈਨਫ, ਇੱਕ ਇਨਪੁਟ ਫੰਕਸ਼ਨ ਅਸੀਂ ਯੂਜ਼ ਕਰਾਂਗੇ। %d, %d ਇਸ ਲਈ ਲੈ ਰਹੇ ਅਸੀਂ ਇੱਥੇ ਕਿਉਂਕਿ ਉੱਪਰ ਅਸੀਂ ਇੰਟੀਜ਼ਰ ਵੈਲਿਊ ਲਈ ਹੈ। %a, ਓਪਰੇਟਰ ਦਾ ਐਡਰੈਸ। ਯੂਜ਼ਰ ਕੋਈ ਵੀ ਵੈਲਿਊ ਐਂਟਰ ਕਰੇਗਾ ਉਹ ਮੈਮਰੀ ਦੀ ਇਸ ਲੋਕੇਸ਼ਨ ਤੇ ਜਾ ਕੇ ਸਟੋਰ ਹੋਏਗਾ। ਹੁਣ ਅਸੀਂ ਕੰਡੀਸ਼ਨ ਲਗਾਵਾਂਗੇ ਇਫ a greater than equal to 33। ਜੇਕਰ ਕੰਡੀਸ਼ਨ ਟਰੂ ਹੁੰਦੀ ਹੈ ਤਾਂ ਸਟੇਟਮੈਂਟ ਪ੍ਰਿੰਟ ਹੋਏਗੀ, ਪ੍ਰਿੰਟ ਐਫ ਯੂ ਆਰ ਪਾਸ। ਸੋ ਵਿਦਿਆਰਥੀਓ, ਇਹ ਇੱਕ ਛੋਟਾ ਜਿਹਾ ਪ੍ਰੋਗਰਾਮ ਹੈ ਜਿਸ ਵਿੱਚ ਅਸੀਂ ਸਮਝਾਂਗੇ ਕਿ ਇਫ ਕੰਡੀਸ਼ਨ ਕਿਵੇਂ ਕੰਮ ਕਰਦੀ ਹੈ। ਸੋ ਵਿਦਿਆਰਥੀਓ, ਇਸ ਪ੍ਰੋਗਰਾਮ ਨੂੰ ਅਸੀਂ ਰਨ ਕਰਕੇ ਦੇਖਦੇ ਹਾਂ। ਜਿਵੇਂ ਤੁਸੀਂ ਆਊਟਪੁੱਟ ਦੇ ਵਿੱਚ ਦੇਖ ਰਹੇ ਹੋ
ਉਹ ਸਾਨੂੰ ਕੋਈ ਨੰਬਰ ਐਂਟਰ ਕਰਨ ਲਈ ਕਹਿ ਰਿਹਾ ਹੈ। ਇੱਥੇ ਅਸੀਂ 33 ਤੋਂ ਕੋਈ ਉੱਪਰ ਕੋਈ ਨੰਬਰ ਟਾਈਪ ਕਰਾਂਗੇ, ਜਿਵੇਂ ਕਿ ਇੱਥੇ ਅਸੀਂ 40 ਐਂਟਰ ਕੀਤਾ। ਜਿਵੇਂ ਆਊਟਪੁੱਟ ਦੇ ਵਿੱਚ ਤੁਸੀਂ ਦੇਖ ਰਹੇ ਹੋ ਯੂ ਆਰ ਪਾਸ, ਸਟੇਟਮੈਂਟ ਐਗਜ਼ੀਕਿਊਟ ਹੋਈ। ਇਸ ਦਾ ਮਤਲਬ ਹੈ ਕਿ ਕੰਡੀਸ਼ਨ ਟਰੂ ਹੈ, ਇਸੇ ਲਈ ਸਟੇਟਮੈਂਟ ਐਗਜ਼ੀਕਿਊਟ ਹੋਈ, ਇਫ ਕੋਡ ਐਗਜ਼ੀਕਿਊਟ ਹੋਇਆ। ਹੁਣ ਅਸੀਂ ਦੁਬਾਰਾ ਇਸ ਪ੍ਰੋਗਰਾਮ ਨੂੰ ਰਨ ਕਰਕੇ ਦੇਖਦੇ ਹਾਂ। ਹੁਣ ਅਸੀਂ 33 ਤੋਂ ਕੋਈ ਥੱਲੇ ਨੰਬਰ ਟਾਈਪ ਕਰਾਂਗੇ, ਜਿਵੇਂ ਕਿ ਇੱਥੇ ਅਸੀਂ 32 ਟਾਈਪ ਕੀਤਾ। ਸੋ ਵਿਦਿਆਰਥੀਓ ਤੁਸੀਂ ਦੇਖੋ ਆਊਟਪੁੱਟ ਦੇ ਵਿੱਚ ਕੁਝ ਵੀ ਦਿਖਾਈ ਨਹੀਂ ਦਿੱਤਾ। ਇਸ ਦਾ ਮਤਲਬ ਕਿ ਜੋ ਅਸੀਂ ਵੈਲਿਊ ਐਂਟਰ ਕੀਤੀ ਹੈ ਉਹ ਕੰਡੀਸ਼ਨ ਅਨੁਸਾਰ ਫਾਲਸ ਵੈਲਿਊ ਹੈ। ਸੋ ਵਿਦਿਆਰਥੀਓ ਤੁਸੀਂ ਇਸ ਪ੍ਰੋਗਰਾਮ ਤੋਂ ਸਮਝ ਚੁੱਕੇ ਹੋਵੋਗੇ ਕਿ ਇਫ ਸਟੇਟਮੈਂਟ ਪ੍ਰੋਗਰਾਮ ਦੇ ਵਿੱਚ ਕਿਵੇਂ ਕੰਮ ਕਰਦੀ ਹੈ। ਵਿਦਿਆਰਥੀਓ ਹੁਣ ਅਸੀਂ ਇਫ ਕੰਡੀਸ਼ਨ ਦੇ ਇੱਕ ਹੋਰ ਪ੍ਰੋਗਰਾਮ ਨੂੰ ਦੇਖੀਏ ਤਾਂ ਇਹ ਪ੍ਰੋਗਰਾਮ ਇੱਕ ਨੰਬਰ ਸਵੀਕਾਰ ਕਰਦਾ ਹੈ। ਜੇਕਰ ਨੰਬਰ 1 ਜਾਂ 1 ਤੋਂ ਵੱਡਾ ਹੈ ਤਾਂ ਉਸ ਨੂੰ ਛਾਪਦਾ ਹੈ, ਨਹੀਂ ਤਾਂ ਪ੍ਰੋਗਰਾਮ ਤੋਂ ਬਾਹਰ ਆ ਜਾਂਦਾ ਹੈ। ਇਸ ਪ੍ਰੋਗਰਾਮ ਵਿੱਚ ਕੰਡੀਸ਼ਨ ਇਹ ਹੈ ਕਿ ਇਫ ਨੰਬਰ ਗ੍ਰੇਟਰ ਦੈਨ ਇਕੁਅਲ ਟੂ 1, ਇਸ ਦਾ ਮਤਲਬ ਹੈ ਕਿ ਜੇਕਰ ਐਂਟਰ ਕੀਤਾ ਗਿਆ ਨੰਬਰ 1 ਜਾਂ 1 ਤੋਂ ਵੱਡਾ ਹੈ ਤਾਂ ਟਰੂ ਵੈਲਿਊ ਹੋਵੇਗੀ ਤੇ ਇਫ ਬਲੌਕ ਐਗਜ਼ੀਕਿਊਟ ਹੋਵੇਗਾ। ਥੱਲੇ ਦਿੱਤੀ ਗਈ ਆਊਟਪੁੱਟ ਦੇ ਵਿੱਚ ਜਦੋਂ 5 ਐਂਟਰ ਕੀਤਾ ਗਿਆ ਤਾਂ ਸਕਰੀਨ ਤੇ ਮੈਸੇਜ ਆਇਆ ਕਿ ਯੂ ਹੈਵ ਐਂਟਰਡ ਪੋਜ਼ਿਟਿਵ ਇੰਟੀਜ਼ਰ। ਇਸ ਦਾ ਮਤਲਬ ਹੈ ਕਿ ਕੰਡੀਸ਼ਨ ਟਰੂ ਹੈ, ਇਸੇ ਲਈ ਇਫ ਬਲੌਕ ਐਗਜ਼ੀਕਿਊਟ ਹੋਇਆ। ਸੋ ਵਿਦਿਆਰਥੀਓ ਹੁਣ ਤੱਕ ਅਸੀਂ ਇਫ ਸਟੇਟਮੈਂਟ ਬਾਰੇ ਸਿੱਖਿਆ। ਹੁਣ ਅਸੀਂ ਨੈਕਸਟ ਸ਼ੁਰੂ ਕਰਾਂਗੇ ਇਫ ਐਲਸ ਸਟੇਟਮੈਂਟ। ਇਫ ਐਲਸ ਸਟੇਟਮੈਂਟ ਬੱਚੋ, ਹੁਣ ਅਸੀਂ ਇਫ ਐਲਸ ਸਟੇਟਮੈਂਟ ਬਾਰੇ ਸਿੱਖਾਂਗੇ। ਜਦੋਂ ਸੀ ਪ੍ਰੋਗਰਾਮ ਵਿੱਚ ਲਗਾਈ ਗਈ ਕੰਡੀਸ਼ਨ ਦਾ ਪਰਿਣਾਮ ਜਾਂ ਇਨਪੁਟ ਟਰੂ ਹੁੰਦਾ ਹੈ ਤਾਂ ਬਲੌਕ ਆਫ ਇਫ ਸਟੇਟਮੈਂਟ ਐਗਜ਼ੀਕਿਊਟ ਹੋਵੇਗੀ। ਜੇਕਰ ਪਰਿਣਾਮ ਜਾਂ ਇਨਪੁਟ ਫਾਲਸ ਹੁੰਦਾ ਹੈ ਤਾਂ ਐਲਸ ਸਟੇਟਮੈਂਟ ਐਗਜ਼ੀਕਿਊਟ ਹੋਵੇਗੀ। ਬੱਚੋ ਇੱਥੇ ਧਿਆਨ ਦੇਣ ਵਾਲੀ ਇਹ ਗੱਲ ਹੈ ਕਿ ਐਲਸ ਕੋਡ ਤਾਂ ਹੀ ਐਗਜ਼ੀਕਿਊਟ ਹੋਵੇਗਾ ਜੇਕਰ ਕੰਡੀਸ਼ਨ ਫਾਲਸ ਹੁੰਦੀ ਹੈ, ਅਤੇ ਇਹਨਾਂ ਦੋਵੇਂ ਸਥਿਤੀਆਂ ਦੌਰਾਨ ਕੋਈ ਨਾ ਕੋਈ ਐਗਜ਼ੀਕਿਊਸ਼ਨ ਜ਼ਰੂਰ ਹੁੰਦੀ ਹੈ। ਜੇਕਰ ਟਰੂ ਵੈਲਿਊ ਹੈ ਤਾਂ ਇਫ ਕੋਡ ਐਗਜ਼ੀਕਿਊਟ ਹੋਵੇਗਾ, ਜੇ ਫਾਲਸ ਵੈਲਿਊ ਤਾਂ ਐਲਸ ਕੋਡ ਐਗਜ਼ੀਕਿਊਟ ਹੋਵੇਗਾ। ਹੁਣ ਅਸੀਂ ਫਲੋ ਚਾਰਟ ਅਤੇ ਸਿੰਟੈਕਸ ਦੀ ਮਦਦ ਨਾਲ ਇਫ ਐਲਸ ਸਟੇਟਮੈਂਟ ਦੀ ਵਰਤੋਂ ਪ੍ਰੋਗਰਾਮ ਵਿੱਚ ਕਿਵੇਂ ਕੀਤੀ ਜਾਂਦੀ ਹੈ, ਆਓ ਸਿੱਖਦੇ ਹਾਂ। ਵਿਦਿਆਰਥੀਓ ਹੁਣ ਅਸੀਂ ਇਫ ਐਲਸ ਸਟੇਟਮੈਂਟ ਦਾ ਫਲੋ ਚਾਰਟ ਅਤੇ ਇਸ ਦੇ ਸਿੰਟੈਕਸ ਤੋਂ ਸਮਝਾਂਗੇ ਕਿ ਇਫ ਐਲਸ ਸਟੇਟਮੈਂਟ ਪ੍ਰੋਗਰਾਮ ਦੇ ਵਿੱਚ ਕਿਵੇਂ ਕੰਮ ਕਰਦੀ ਹੈ। ਜਿਵੇਂ ਕਿ ਤੁਸੀਂ ਸਕਰੀਨ ਦੇ ਉੱਤੇ ਫਲੋ ਚਾਰਟ ਦੇਖ ਰਹੇ ਹੋ, ਸਟਾਰਟ ਅਤੇ ਬੇਸਿਕ ਫਲੋ ਤੋਂ ਬਾਅਦ ਕੰਡੀਸ਼ਨ ਲਗਾਈ ਗਈ ਹੈ। ਕੰਡੀਸ਼ਨ ਇਹ ਚੈੱਕ ਕਰਦੀ ਹੈ ਕਿ ਵੈਲਿਊ ਟਰੂ ਹੈ ਕਿ ਫਾਲਸ। ਜੇਕਰ ਵੈਲਿਊ ਟਰੂ ਹੈ ਤਾਂ ਇਫ ਬਲੌਕ ਐਗਜ਼ੀਕਿਊਟ ਹੋਵੇਗਾ, ਜੇਕਰ ਕੰਡੀਸ਼ਨ ਫਾਲਸ ਹੈ ਤਾਂ ਐਲਸ ਬਲੌਕ ਐਗਜ਼ੀਕਿਊਟ ਹੋਵੇਗਾ। ਜਿਵੇਂ ਕਿ ਸਿੰਟੈਕਸ ਨੂੰ ਤੁਸੀਂ ਦੇਖ ਰਹੇ ਹੋ, ਇਫ ਐਲਸ ਸਟੇਟਮੈਂਟ ਦੇ ਸਿੰਟੈਕਸ ਵਿੱਚ ਤੁਸੀਂ ਦੋ ਬਲੌਕ ਦੇਖ ਰਹੇ ਹੋ। ਪਹਿਲਾ ਹੈਗਾ ਇਫ ਬਲੌਕ ਅਤੇ ਦੂਸਰਾ ਹੈਗਾ ਐਲਸ ਬਲੌਕ। ਕੰਡੀਸ਼ਨ ਟਰੂ ਹੋਣ ਤੇ ਇਫ ਬਲੌਕ ਦੀਆਂ ਸਟੇਟਮੈਂਟ ਐਗਜ਼ੀਕਿਊਟ ਹੋਣਗੀਆਂ ਤੇ ਕੰਡੀਸ਼ਨ ਫਾਲਸ ਹੋਣ ਤੇ ਐਲਸ ਬਲੌਕ ਦੀਆਂ ਸਟੇਟਮੈਂਟ ਐਗਜ਼ੀਕਿਊਟ ਹੋਣਗੀਆਂ। ਸੋ ਵਿਦਿਆਰਥੀਓ ਹੁਣ ਅਸੀਂ ਅੱਗੇ ਪ੍ਰੋਗਰਾਮ ਦੀ ਮਦਦ ਨਾਲ ਦੇਖਾਂਗੇ ਕਿ ਇਫ ਐਲਸ ਸਟੇਟਮੈਂਟ ਕਿਵੇਂ ਕੰਮ ਕਰਦੀ ਹੈ। ਵਿਦਿਆਰਥੀਓ ਹੁਣ ਅਸੀਂ ਇਫ ਐਲਸ ਕੰਡੀਸ਼ਨ ਦੀ ਵਰਤੋਂ ਕਰਕੇ ਇੱਕ ਪ੍ਰੋਗਰਾਮ ਬਣਾਵਾਂਗੇ। ਜਿਵੇਂ ਤੁਸੀਂ ਸਕਰੀਨ ਦੇ ਉੱਤੇ ਦਿੱਤੇ ਪ੍ਰੋਗਰਾਮ ਨੂੰ ਦੇਖ ਰਹੇ ਹੋ, ਇੱਥੇ ਅਸੀਂ ਇਫ ਕੰਡੀਸ਼ਨ ਦੇ ਪ੍ਰੋਗਰਾਮ ਦੀ ਕੋਡਿੰਗ ਯੂਜ਼ ਕੀਤੀ ਹੈ। ਹੁਣ ਅਸੀਂ ਇਸ ਵਿੱਚ ਐਲਸ ਕੋਡ ਨੂੰ ਟਾਈਪ ਕਰਾਂਗੇ। ਐਲਸ ਜੇਕਰ ਕੰਡੀਸ਼ਨ ਫਾਲਸ ਹੁੰਦੀ ਹੈ ਤਾਂ ਲਾਈਨ ਪ੍ਰਿੰਟ ਹੋਏਗੀ ਪ੍ਰਿੰਟ ਐਫ ਯੂ ਆਰ ਫੇਲ। ਇਫ ਐਲਸ ਕੰਡੀਸ਼ਨ 'ਚ ਕੀ ਹੈਗਾ ਕਿ ਜੇਕਰ ਕੰਡੀਸ਼ਨ ਟਰੂ ਹੁੰਦੀ ਹੈ ਤਾਂ ਇਫ ਕੋਡ ਐਗਜ਼ੀਕਿਊਟ ਹੋਵੇਗਾ, ਜੇਕਰ ਕੰਡੀਸ਼ਨ ਫਾਲਸ ਹੁੰਦੀ ਹੈ ਤਾਂ ਐਲਸ ਕੋਡ ਐਗਜ਼ੀਕਿਊਟ ਹੋਵੇਗਾ। ਵਿਦਿਆਰਥੀਓ ਕੰਡੀਸ਼ਨ ਟਰੂ ਕਦੋਂ ਹੋਏਗੀ? ਜੇਕਰ ਕੋਈ ਅੰਕ 33 ਜਾਂ 33 ਤੋਂ ਉੱਪਰ ਟਾਈਪ ਕਰਦਾ ਹੈ ਤਾਂ ਇਫ ਕੋਡ ਐਗਜ਼ੀਕਿਊਟ ਹੋਵੇਗਾ। ਜੇਕਰ ਕੋਈ 33 ਤੋਂ ਥੱਲੇ ਕੋਈ ਵੀ ਨੰਬਰ ਟਾਈਪ ਕਰਦਾ ਹੈ ਤਾਂ ਐਲਸ ਕੋਡ ਐਗਜ਼ੀਕਿਊਟ ਹੋਵੇਗਾ, ਕਿਉਂਕਿ ਕੰਡੀਸ਼ਨ ਫਾਲਸ ਹੋਵੇਗੀ।
ਵਿਦਿਆਰਥੀਓ ਇਸ ਪ੍ਰੋਗਰਾਮ ਨੂੰ ਰਨ ਕਰਕੇ ਦੇਖਦੇ ਹਾਂ। ਜਿਵੇਂ ਕਿ ਇੱਥੇ ਅਸੀਂ ਐਂਟਰ ਕਰਾਂਗੇ 30 ਜੋ ਨੰਬਰ ਟਾਈਪ ਕੀਤਾ ਹੈ ਇਹ ਕੰਡੀਸ਼ਨ ਅਨੁਸਾਰ 33 ਤੋਂ ਥੱਲੇ ਹੈ। ਇੱਥੇ ਸਾਨੂੰ ਆਊਟਪੁੱਟ ਕੀ ਪ੍ਰਾਪਤ ਹੋਇਆ, ਯੂ ਆਰ ਫੇਲ। ਇਸ ਦਾ ਮਤਲਬ ਹੈ ਕਿ ਕੰਡੀਸ਼ਨ ਫਾਲਸ ਹੈ ਅਤੇ ਐਲਸ ਕੋਡ ਐਗਜ਼ੀਕਿਊਟ ਹੋਇਆ। ਸੋ ਵਿਦਿਆਰਥੀਓ ਇਸ ਕੋਡਿੰਗ ਤੋਂ, ਇਸ ਪ੍ਰੋਗਰਾਮ ਤੋਂ ਤੁਸੀਂ ਸਮਝ ਹੀ ਚੁੱਕੇ ਹੋਵੋਗੇ ਕਿ ਇਫ ਐਲਸ ਕੰਡੀਸ਼ਨ ਸਟੇਟਮੈਂਟ, ਇਫ ਐਲਸ ਸਟੇਟਮੈਂਟ ਪ੍ਰੋਗਰਾਮ ਦੇ ਵਿੱਚ ਕਿਵੇਂ ਕੰਮ ਕਰਦੀ ਹੈ। ਵਿਦਿਆਰਥੀਓ ਹੁਣ ਅਸੀਂ ਇੱਕ ਹੋਰ ਐਗਜ਼ਾਮਪਲ ਨਾਲ ਦੇਖਦੇ ਹਾਂ ਕਿ ਇਫ ਐਲਸ ਸਟੇਟਮੈਂਟ ਪ੍ਰੋਗਰਾਮ ਦੇ ਵਿੱਚ ਕਿਵੇਂ ਕੰਮ ਕਰਦੀ ਹੈ। ਜਿਵੇਂ ਕਿ ਤੁਸੀਂ ਪ੍ਰੋਗਰਾਮ ਵਿੱਚ ਦੇਖ ਰਹੇ ਹੋ, ਕੰਡੀਸ਼ਨ ਇਹ ਹੈ ਕਿ ਇਫ ਨੰਬਰ ਲੈਸ ਦੈਨ 0, ਜੇਕਰ ਯੂਜ਼ਰ 0 ਤੋਂ ਘੱਟ ਕੋਈ ਨੰਬਰ ਐਂਟਰ ਕਰਦਾ ਹੈ ਤਾਂ ਕੰਡੀਸ਼ਨ ਟਰੂ ਹੋਵੇਗੀ ਅਤੇ ਇਫ ਬਲੌਕ ਐਗਜ਼ੀਕਿਊਟ ਹੋਵੇਗਾ, ਜੋ ਕਿ ਲਾਈਨ ਪ੍ਰਿੰਟ ਕਰਾਵੇਗਾ ਦ ਨੰਬਰ ਇਜ਼ ਨੈਗੇਟਿਵ। ਜੇਕਰ ਯੂਜ਼ਰ 0 ਤੋਂ ਉੱਪਰ ਕੋਈ ਨੰਬਰ ਐਂਟਰ ਕਰਦਾ ਹੈ ਤਾਂ ਕੰਡੀਸ਼ਨ ਫਾਲਸ ਹੋਵੇਗੀ ਅਤੇ ਐਲਸ ਕੋਡ ਐਗਜ਼ੀਕਿਊਟ ਹੋਵੇਗਾ ਅਤੇ ਲਾਈਨ ਪ੍ਰਿੰਟ ਹੋਏਗੀ ਦ ਨੰਬਰ ਇਜ਼ ਪੋਜ਼ਿਟਿਵ। ਆਊਟਪੁੱਟ ਨੂੰ ਦੇਖੀਏ ਤਾਂ ਯੂਜ਼ਰ ਨੇ 3 ਨੰਬਰ ਐਂਟਰ ਕੀਤਾ ਹੈ ਜੋ ਕਿ ਇੱਕ ਫਾਲਸ ਵੈਲਿਊ ਹੈ। ਇਸ ਕਾਰਨ ਐਲਸ ਕੋਡ ਐਗਜ਼ੀਕਿਊਟ ਹੋਇਆ ਦ ਨੰਬਰ ਇਜ਼ ਪੋਜ਼ਿਟਿਵ। ਸੋ ਵਿਦਿਆਰਥੀਓ ਤੁਸੀਂ ਇਫ ਐਲਸ ਸਟੇਟਮੈਂਟ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹੋਵੋਗੇ। ਹੁਣ ਅਸੀਂ ਐਲਸ ਇਫ ਸਟੇਟਮੈਂਟ ਬਾਰੇ ਸਿੱਖਾਂਗੇ। ਵਿਦਿਆਰਥੀਓ ਹੁਣ ਅਸੀਂ ਐਲਸ ਇਫ ਸਟੇਟਮੈਂਟ ਬਾਰੇ ਸਿੱਖਾਂਗੇ। ਐਲਸ ਇਫ ਸਟੇਟਮੈਂਟ ਕੀ ਹੁੰਦੀ ਹੈ? ਜਦੋਂ ਸੀ ਪ੍ਰੋਗਰਾਮ ਵਿੱਚ ਲਗਾਏਗੀ ਇਫ ਕੰਡੀਸ਼ਨ 1 ਟਰੂ ਹੈ ਤਾਂ ਸਟੇਟਮੈਂਟ 1 ਐਗਜ਼ੀਕਿਊਟ ਹੋਵੇਗੀ। ਜੇਕਰ ਕੰਡੀਸ਼ਨ ਫਾਲਸ ਹੈ ਤਾਂ ਪ੍ਰੋਗਰਾਮ ਐਲਸ ਇਫ ਕੰਡੀਸ਼ਨ, ਜੋ ਕਿ ਕੰਡੀਸ਼ਨ ਨੰਬਰ 2 ਹੋਵੇਗੀ, ਉਸ ਨੂੰ ਚੈੱਕ ਕਰੇਗਾ। ਜੇਕਰ ਕੰਡੀਸ਼ਨ ਟਰੂ ਹੈ ਤਾਂ ਸਟੇਟਮੈਂਟ 2 ਐਗਜ਼ੀਕਿਊਟ ਹੋਵੇਗੀ ਅਤੇ ਇਸੇ ਤਰ੍ਹਾਂ ਐਂਡ ਕੰਡੀਸ਼ਨ ਚੈੱਕ ਕਰੇਗਾ। ਜੇਕਰ ਟਰੂ ਹੈ ਤਾਂ ਐਂਡ ਕੋਡ ਐਗਜ਼ੀਕਿਊਟ ਹੋਵੇਗਾ। ਪਰ ਜੇਕਰ 1 ਤੋਂ n ਤੱਕ ਦੀਆਂ ਸਾਰੀਆਂ ਕੰਡੀਸ਼ਨਸ ਫਾਲਸ ਹੋ ਜਾਂਦੀਆਂ ਹਨ ਤਾਂ ਪ੍ਰੋਗਰਾਮ ਐਲਸ ਕੋਡ ਦੀ ਜੋ ਵੀ ਡਿਫਾਲਟ ਸਟੇਟਮੈਂਟ ਹੋਵੇਗੀ ਨੂੰ ਐਗਜ਼ੀਕਿਊਟ ਕਰ ਦੇਵੇਗਾ। ਹੁਣ ਅਸੀਂ ਐਲਸ ਇਫ ਸਟੇਟਮੈਂਟ ਦਾ ਫਲੋ ਚਾਰਟ ਅਤੇ ਇਸ ਦੇ ਸਿੰਟੈਕਸ ਤੋਂ ਸਮਝਾਂਗੇ ਕਿ ਐਲਸ ਇਫ ਸਟੇਟਮੈਂਟ ਪ੍ਰੋਗਰਾਮ ਦੇ ਵਿੱਚ ਕਿਵੇਂ ਕੰਮ ਕਰਦੀ ਹੈ। ਜਿਵੇਂ ਕਿ ਤੁਸੀਂ ਫਲੋ ਚਾਰਟ ਨੂੰ ਦੇਖ ਰਹੇ ਹੋ, ਪ੍ਰੋਗਰਾਮ ਦੇ ਬੇਸਿਕ ਫਲੋ ਤੋਂ ਬਾਅਦ ਇਫ ਕੰਡੀਸ਼ਨ 1 ਅਪਲਾਈ ਕੀਤੀ ਗਈ ਹੈ। ਜੇਕਰ ਕੰਡੀਸ਼ਨ 1 ਟਰੂ ਹੁੰਦੀ ਹੈ ਤਾਂ ਇਫ ਕੋਡ ਐਗਜ਼ੀਕਿਊਟ ਹੋਵੇਗਾ। ਅਗਰ ਇਫ ਕੰਡੀਸ਼ਨ 1 ਫਾਲਸ ਹੁੰਦੀ ਹੈ ਤਾਂ ਪ੍ਰੋਗਰਾਮ ਐਲਸ ਇਫ ਕੰਡੀਸ਼ਨ 2 ਨੂੰ ਚੈੱਕ ਕਰੇਗਾ। ਜੇਕਰ ਐਲਸ ਇਫ ਕੰਡੀਸ਼ਨ 2 ਟਰੂ ਹੁੰਦੀ ਹੈ ਤਾਂ ਐਲਸ ਇਫ 2 ਕੋਡ ਐਗਜ਼ੀਕਿਊਟ ਹੋਵੇਗਾ। ਅਗਰ ਐਲਸ ਇਫ ਕੰਡੀਸ਼ਨ 2 ਵੀ ਫਾਲਸ ਹੁੰਦੀ ਹੈ ਤਾਂ ਪ੍ਰੋਗਰਾਮ ਐਲਸ ਇਫ ਕੰਡੀਸ਼ਨ n ਤੱਕ ਚੈੱਕ ਕਰੇਗਾ। ਜੇਕਰ ਟਰੂ ਹੁੰਦੀ ਹੈ ਤਾਂ ਐਲਸ ਇਫ n ਕੋਡ ਐਗਜ਼ੀਕਿਊਟ ਹੋਵੇਗਾ। ਇੱਥੇ ਅਗਰ ਐਲਸ ਇਫ ਕੰਡੀਸ਼ਨ n ਫਾਲਸ ਹੋ ਜਾਂਦੀ ਹੈ ਤਾਂ ਐਲਸ ਬਲੌਕ ਐਗਜ਼ੀਕਿਊਟ ਹੋ ਜਾਵੇਗਾ, ਜੋ ਕਿ ਇੱਕ ਡਿਫਾਲਟ ਸਟੇਟਮੈਂਟ ਹੋਵੇਗੀ। ਹੁਣ ਅਸੀਂ ਸਿੰਟੈਕਸ ਨੂੰ ਸਮਝੀਏ ਤਾਂ ਪਹਿਲਾਂ ਇਫ ਕੰਡੀਸ਼ਨ ਲਗਾਈ ਗਈ ਹੈ। ਜੇਕਰ ਇਫ ਕੰਡੀਸ਼ਨ 1 ਟਰੂ ਹੁੰਦੀ ਹੈ ਤਾਂ ਸਟੇਟਮੈਂਟ 1 ਐਗਜ਼ੀਕਿਊਟ ਹੋਵੇਗੀ। ਜੇਕਰ ਕੰਡੀਸ਼ਨ 1 ਫਾਲਸ ਹੁੰਦੀ ਹੈ ਤਾਂ ਐਲਸ ਇਫ ਕੰਡੀਸ਼ਨ, ਜੋ ਕਿ ਕੰਡੀਸ਼ਨ 2 ਹੈ, ਉਹ ਚੈੱਕ ਹੋਏਗੀ। ਜੇਕਰ ਕੰਡੀਸ਼ਨ ਟਰੂ ਹੈ ਤਾਂ ਟਰੂ ਹੋਣ ਤੇ ਸਟੇਟਮੈਂਟ 2 ਐਗਜ਼ੀਕਿਊਟ ਹੋਵੇਗੀ। ਜੇਕਰ ਐਲਸ ਇਫ ਕੰਡੀਸ਼ਨ 2 ਫਾਲਸ ਹੁੰਦੀ ਹੈ ਤਾਂ ਉਹ ਨੈਕਸਟ ਐਲਸ ਇਫ ਕੰਡੀਸ਼ਨ 3 ਨੂੰ ਚੈੱਕ ਕਰੇਗਾ। ਜੇਕਰ ਐਲਸ ਇਫ ਕੰਡੀਸ਼ਨ 3 ਟਰੂ ਹੁੰਦੀ ਹੈ ਤਾਂ ਸਟੇਟਮੈਂਟ 3 ਐਗਜ਼ੀਕਿਊਟ ਹੋਵੇਗੀ। ਜੇਕਰ ਐਲਸ ਇਫ ਕੰਡੀਸ਼ਨ 3 ਫਾਲਸ ਹੁੰਦੀ ਹੈ ਤਾਂ ਐਲਸ ਇਫ ਕੰਡੀਸ਼ਨ n ਨੂੰ ਚੈੱਕ ਕਰੇਗਾ। ਜੇਕਰ ਕੰਡੀਸ਼ਨ n ਟਰੂ ਹੁੰਦੀ ਹੈ ਤਾਂ ਸਟੇਟਮੈਂਟ n ਐਗਜ਼ੀਕਿਊਟ ਹੋਵੇਗੀ। ਜੇਕਰ ਕੰਡੀਸ਼ਨ n ਫਾਲਸ ਹੁੰਦੀ ਹੈ ਤਾਂ ਉਹ ਐਲਸ ਕੋਡ ਨੂੰ ਐਗਜ਼ੀਕਿਊਟ ਕਰ ਦੇਵੇਗਾ, ਜੋ ਕਿ ਇੱਕ ਡਿਫਾਲਟ ਸਟੇਟਮੈਂਟ ਹੈ। ਸੋ ਵਿਦਿਆਰਥੀਓ ਐਲਸ ਇਫ ਸਟੇਟਮੈਂਟ ਦਾ ਫਲੋ ਚਾਰਟ ਅਤੇ ਸਿੰਟੈਕਸ ਨੂੰ ਅਸੀਂ ਸਮਝਿਆ। ਹੁਣ ਅਸੀਂ ਇਸ ਦੇ ਪ੍ਰੋਗਰਾਮ ਨੂੰ ਸਮਝਾਂਗੇ। ਪਿਆਰੇ ਵਿਦਿਆਰਥੀਓ, ਜਿਵੇਂ ਕਿ ਤੁਸੀਂ ਸੀ ਪ੍ਰੋਗਰਾਮ ਨੂੰ ਸਕਰੀਨ ਦੇ ਉੱਤੇ ਦੇਖ ਰਹੇ ਹੋ, ਇਹ ਪ੍ਰੋਗਰਾਮ ਐਲਸ ਇਫ ਕੰਡੀਸ਼ਨ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ।
ਇਸ ਨੂੰ ਅਸੀਂ ਸਟੈਪ ਬਾਈ ਸਟੈਪ ਸਮਝਾਂਗੇ ਕਿ ਇਸ ਵਿੱਚ ਇਫ ਐਲਸ ਇਫ ਕੰਡੀਸ਼ਨ ਕਿਵੇਂ ਵਰਤੀ ਗਈ ਹੈ। ਜਿਵੇਂ ਕਿ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ, ਪ੍ਰੋਗਰਾਮ ਦੇ ਵਿੱਚ ਅਸੀਂ ਪਹਿਲੀ ਕੰਡੀਸ਼ਨ ਜੋ ਲਗਾਈ ਹੈ ਉਹ ਹੈ ਇਫ ਕੰਡੀਸ਼ਨ। ਜੇਕਰ ਇਹ ਕੰਡੀਸ਼ਨ ਟਰੂ ਹੁੰਦੀ ਹੈ ਤਾਂ ਪ੍ਰੋਗਰਾਮ ਇਸ ਦੀ ਇਫ ਕੰਡੀਸ਼ਨ ਦੀ ਜੋ ਸਟੇਟਮੈਂਟ ਹੈ ਉਸ ਨੂੰ ਐਗਜ਼ੀਕਿਊਟ ਕਰੇਗਾ। ਜੇਕਰ ਇਹ ਕੰਡੀਸ਼ਨ ਫਾਲਸ ਹੁੰਦੀ ਹੈ ਤਾਂ ਪ੍ਰੋਗਰਾਮ ਅੱਗੇ ਜੋ ਨੈਕਸਟ ਕੰਡੀਸ਼ਨ ਹੋਏਗੀ ਉਸ ਨੂੰ ਚੈੱਕ ਕਰੇਗਾ। ਜੇਕਰ ਇਹ ਕੰਡੀਸ਼ਨ ਟਰੂ ਹੁੰਦੀ ਹੈ ਤਾਂ ਪ੍ਰੋਗਰਾਮ ਇਸ ਦੀ ਸਟੇਟਮੈਂਟ ਨੂੰ ਐਗਜ਼ੀਕਿਊਟ ਕਰ ਦੇਵੇਗਾ। ਜੇਕਰ ਇਹ ਕੰਡੀਸ਼ਨ ਵੀ ਫਾਲਸ ਹੋ ਜਾਂਦੀ ਹੈ ਤਾਂ ਪ੍ਰੋਗਰਾਮ ਅੱਗੇ ਜੋ ਨੈਕਸਟ ਕੰਡੀਸ਼ਨ ਹੋਏਗੀ ਉਸ ਨੂੰ ਚੈੱਕ ਕਰੇਗਾ। ਜੇਕਰ ਇਹ ਕੰਡੀਸ਼ਨ ਟਰੂ ਹੁੰਦੀ ਹੈ ਤਾਂ ਪ੍ਰੋਗਰਾਮ ਇਸ ਦੀ ਸਟੇਟਮੈਂਟ ਨੂੰ ਐਗਜ਼ੀਕਿਊਟ ਕਰ ਦੇਗਾ। ਜੇਕਰ ਕੰਡੀਸ਼ਨ ਫਾਲਸ ਹੁੰਦੀ ਹੈ ਤਾਂ ਪ੍ਰੋਗਰਾਮ ਜੋ ਉਸ ਨੈਕਸਟ ਕੰਡੀਸ਼ਨ ਹੋਏਗੀ ਉਸ ਨੂੰ ਚੈੱਕ ਕਰੇਗਾ। ਜੇਕਰ ਇਹ ਕੰਡੀਸ਼ਨ ਟਰੂ ਹੁੰਦੀ ਹੈ ਤਾਂ ਪ੍ਰੋਗਰਾਮ ਇਸ ਦੀ ਸਟੇਟਮੈਂਟ ਨੂੰ ਐਗਜ਼ੀਕਿਊਟ ਕਰ ਦੇਗਾ। ਜੇਕਰ ਇਹ ਕੰਡੀਸ਼ਨ ਫਾਲਸ ਹੁੰਦੀ ਹੈ ਤਾਂ ਪ੍ਰੋਗਰਾਮ ਅੱਗੇ ਨੈਕਸਟ ਕੰਡੀਸ਼ਨ ਨੂੰ ਚੈੱਕ ਕਰੇਗਾ। ਜੇਕਰ ਇਹ ਕੰਡੀਸ਼ਨ ਟਰੂ ਹੁੰਦੀ ਹੈ ਤਾਂ ਇਸ ਦੀ ਸਟੇਟਮੈਂਟ ਨੂੰ ਐਗਜ਼ੀਕਿਊਟ ਕਰ ਦੇਗਾ। ਵਿਦਿਆਰਥੀਓ, ਜੇਕਰ ਪਹਿਲੀ ਕੰਡੀਸ਼ਨ ਤੋਂ ਲੈ ਕੇ ਇਸ ਕੰਡੀਸ਼ਨ ਤੱਕ ਜੋ ਕਿ ਐਲਸ ਇਫ ਕੰਡੀਸ਼ਨ ਲਾਸਟ ਹੈ, ਜੇਕਰ ਸਾਰੀਆਂ ਫਾਲਸ ਹੋ ਜਾਂਦੀਆਂ ਹਨ ਤਾਂ ਪ੍ਰੋਗਰਾਮ ਐਲਸ ਕੋਡ ਨੂੰ ਜੋ ਕਿ ਡਿਫਾਲਟ ਸਟੇਟਮੈਂਟ ਹੈ ਉਸ ਨੂੰ ਐਗਜ਼ੀਕਿਊਟ ਕਰ ਦੇਵੇਗਾ। ਵਿਦਿਆਰਥੀਓ, ਹੁਣ ਅਸੀਂ ਹਰ ਇੱਕ ਕੰਡੀਸ਼ਨ ਨੂੰ ਰਨ ਕਰਕੇ ਦੇਖਾਂਗੇ। ਪ੍ਰੋਗਰਾਮ ਨੂੰ ਹਰ ਇੱਕ ਕੰਡੀਸ਼ਨ ਅਨੁਸਾਰ ਚੈੱਕ ਕਰਾਂਗੇ ਕਿ ਪ੍ਰੋਗਰਾਮ ਕਿਵੇਂ ਕੰਮ ਕਰਦਾ ਹੈ। ਪ੍ਰੋਗਰਾਮ ਨੂੰ ਰਨ ਕਰਕੇ ਦੇਖਦੇ ਹਾਂ। ਜਿਵੇਂ ਕਿ ਉਹ ਕਹਿ ਰਿਹਾ ਐਂਟਰ ਯੂਅਰ ਮਾਰਕਸ। ਇੱਥੇ ਅਸੀਂ ਇਫ ਕੰਡੀਸ਼ਨ ਨੂੰ ਚੈੱਕ ਕਰਾਂਗੇ ਪਹਿਲਾਂ। ਜਿਵੇਂ ਕਿ ਉਹਨੇ ਕਿਹਾ ਕਿ 90 ਜਾਂ 90 ਤੋਂ ਉੱਪਰ ਕੋਈ ਨੰਬਰ ਟਾਈਪ ਕਰੋ। ਅਸੀਂ ਇੱਥੇ 95 ਐਂਟਰ ਕਰਾਂਗੇ। ਜਿਵੇਂ ਕਿ ਤੁਸੀਂ ਆਊਟਪੁੱਟ ਦੇ ਵਿੱਚ ਦੇਖ ਰਹੇ ਹੋ, ਇੱਥੇ ਅਸੀਂ 95 ਟਾਈਪ ਕੀਤਾ ਹੈ। ਆਊਟਪੁੱਟ ਯੂਅਰ ਪਾਸਿੰਗ ਗ੍ਰੇਡ ਇਜ਼ A+। ਇਸ ਦਾ ਮਤਲਬ ਅਸੀਂ ਜੋ ਐਂਟਰ ਕੀਤਾ ਹੈ ਵੈਲਿਊ ਉਹ ਟਰੂ ਹੈ। ਇਸੇ ਕਾਰਨ ਇਸ ਦੀ ਸਟੇਟਮੈਂਟ ਐਗਜ਼ੀਕਿਊਟ ਹੋਈ। ਹੁਣ ਅਸੀਂ ਪ੍ਰੋਗਰਾਮ ਰਨ ਕਰਾਂਗੇ ਦੁਬਾਰਾ। ਜਿਵੇਂ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਤੇ, ਉਹ ਦੁਬਾਰਾ ਪੁੱਛ ਰਿਹਾ ਹੈ ਕਿ ਤੁਸੀਂ ਆਪਣੇ ਨੰਬਰ ਐਂਟਰ ਕਰੋ। ਅਸੀਂ ਇੱਥੇ 80 ਤੋਂ ਕੋਈ ਉੱਪਰ ਨੰਬਰ ਐਂਟਰ ਕਰਦੇ ਹਾਂ। ਜਿਵੇਂ ਕਿ ਇੱਥੇ ਅਸੀਂ 85 ਐਂਟਰ ਕੀਤਾ ਹੈ। ਯੂਅਰ ਪਾਸਿੰਗ ਗ੍ਰੇਡ ਇਜ਼ A। ਇਸ ਦਾ ਮਤਲਬ ਇਹ ਕੰਡੀਸ਼ਨ ਟਰੂ ਹੈ, ਤਾਂ ਹੀ ਇਹ ਸਟੇਟਮੈਂਟ ਐਗਜ਼ੀਕਿਊਟ ਹੋਈ। ਇਹ ਸਟੇਟਮੈਂਟ ਤਾਂ ਹੀ ਉਹਨੇ ਪ੍ਰੋਗਰਾਮ ਨੇ ਚੈੱਕ ਕੀਤੀ ਕਿਉਂਕਿ ਇਹ ਕੰਡੀਸ਼ਨ ਇਸ ਵਿੱਚ ਇਹ ਕੰਡੀਸ਼ਨ ਫਾਲਸ ਹੈ। ਇਸ ਕਾਰਨ ਇਹ ਕੰਡੀਸ਼ਨ ਚੈੱਕ ਹੋਈ, ਇਹ ਟਰੂ ਹੈ ਤੇ ਇਸ ਦੀ ਸਟੇਟਮੈਂਟ ਐਗਜ਼ੀਕਿਊਟ ਕੀਤੀ। ਦੁਬਾਰਾ ਹੀ ਅਸੀਂ ਇਸ ਪ੍ਰੋਗਰਾਮ ਨੂੰ ਰਨ ਕਰਕੇ ਦੇਖਦੇ ਹਾਂ। ਹੁਣ ਅਸੀਂ ਐਲਸ ਇਫ ਕੰਡੀਸ਼ਨ ਜੋ ਕਿ ਲਾਸਟ ਕੰਡੀਸ਼ਨ ਹੈ ਇਸ ਨੂੰ ਚੈੱਕ ਕਰਾਂਗੇ। ਜਿਵੇਂ ਕਿ ਇੱਥੇ ਅਸੀਂ ਕੋਈ 35 ਐਂਟਰ ਕਰਦੇ ਹਾਂ। ਜਿਵੇਂ ਇੱਥੇ ਆਇਆ ਯੂਅਰ ਪਾਸਿੰਗ ਗ੍ਰੇਡ ਇਜ਼ D। ਇਸ ਦਾ ਮਤਲਬ ਇਹ ਕੰਡੀਸ਼ਨ ਟਰੂ ਹੈ, ਤਾਂ ਹੀ ਇਹ ਸਟੇਟਮੈਂਟ ਐਗਜ਼ੀਕਿਊਟ ਹੋਈ। ਵਿਦਿਆਰਥੀਓ, ਜਿਵੇਂ ਇੱਥੇ ਇਸਨੇ ਪ੍ਰਿੰਟ ਕਰਵਾਇਆ ਯੂਅਰ ਪਾਸਿੰਗ ਗ੍ਰੇਡ ਇਜ਼ D। ਇਸ ਦਾ ਮਤਲਬ ਸਾਡਾ 35 ਐਂਟਰ ਕਰਨ ਤੋਂ ਬਾਅਦ ਪ੍ਰੋਗਰਾਮ ਨੇ ਸਾਰੀਆਂ ਕੰਡੀਸ਼ਨ ਚੈੱਕ ਕੀਤੀਆਂ। ਇਹ ਸਾਰੀਆਂ ਕੰਡੀਸ਼ਨ ਫਾਲਸ ਹੋਈਆਂ। ਇਸੇ ਕਾਰਨ ਉਸਨੇ ਇਸ ਕੰਡੀਸ਼ਨ ਨੂੰ ਚੈੱਕ ਕੀਤਾ ਦੁਬਾਰਾ। ਇਹ ਕੰਡੀਸ਼ਨ ਟਰੂ ਹੋਈ, ਉਸਨੇ ਇਸ ਦੇ ਸਟੇਟਮੈਂਟ ਨੂੰ ਐਗਜ਼ੀਕਿਊਟ ਕਰਵਾ ਦਿੱਤਾ। ਹੁਣ ਅਸੀਂ ਐਲਸ ਕੋਡ ਨੂੰ ਪ੍ਰਿੰਟ ਕਰਾਵਾਂਗੇ। ਜਿਵੇਂ ਕਿ ਇੱਥੇ ਅਸੀਂ ਦੁਬਾਰਾ ਪ੍ਰੋਗਰਾਮ ਰਨ ਕਰਕੇ ਦੇਖਦੇ ਹਾਂ। ਇੱਥੇ ਅਸੀਂ ਐਂਟਰ ਕਰਾਂਗੇ 33 ਤੋਂ ਥੱਲੇ ਕੋਈ ਸੰਖਿਆ। ਜਿਵੇਂ ਕਿ ਇੱਥੇ ਅਸੀਂ 30 ਟਾਈਪ ਕਰਦੇ ਹਾਂ। ਜਿਵੇਂ ਕਿ ਆਊਟਪੁੱਟ ਦੇ ਵਿੱਚ ਤੁਸੀਂ ਦੇਖ ਰਹੇ ਹੋ ਯੂ ਆਰ ਫੇਲ ਇਨ ਐਗਜ਼ਾਮ। ਇਸ ਦਾ ਮਤਲਬ ਜੋ ਅਸੀਂ ਐਂਟਰ ਕੀਤਾ ਹੈ 30, ਇਹ ਕਿਸੇ ਵੀ ਕੰਡੀਸ਼ਨ ਨੂੰ ਟਰੂ ਨਹੀਂ ਮੰਨਿਆ ਇਸਨੇ। ਇਸੇ ਕਾਰਨ ਇਸਨੇ ਐਲਸ ਕੋਡ ਨੂੰ ਐਗਜ਼ੀਕਿਊਟ ਕਰ ਦਿੱਤਾ। ਸੋ ਵਿਦਿਆਰਥੀਓ, ਮੈਨੂੰ ਆਸ ਹੈ ਕਿ ਤੁਸੀਂ ਇਸ ਪ੍ਰੋਗਰਾਮ ਤੋਂ ਸਮਝ ਹੀ ਗਏ ਹੋਵੋਗੇ ਕਿ ਐਲਸ ਇਫ ਕੰਡੀਸ਼ਨ ਪ੍ਰੋਗਰਾਮ ਦੇ ਵਿੱਚ ਕਿਵੇਂ ਕੰਮ ਕਰਦੀ ਹੈ। ਵਿਦਿਆਰਥੀਓ, ਹੁਣ ਅਸੀਂ ਐਲਸ ਇਫ ਦੇ ਇੱਕ ਹੋਰ ਪ੍ਰੋਗਰਾਮ ਨੂੰ ਦੇਖੀਏ ਤਾਂ ਇੱਥੇ ਪਹਿਲਾਂ ਇਫ ਕੰਡੀਸ਼ਨ ਲਗਾਈ ਗਈ ਹੈ। ਇਫ ਕੰਡੀਸ਼ਨ ਕੀ ਹੈ? ਜੇਕਰ ਕੋਈ ਨੰਬਰ 0 ਤੋਂ ਘੱਟ ਹੈ ਤਾਂ ਕੰਡੀਸ਼ਨ ਟਰੂ ਹੋਵੇਗੀ ਅਤੇ ਇਫ ਕੋਡ ਐਗਜ਼ੀਕਿਊਟ ਹੋਵੇਗਾ ਤੇ ਸਕਰੀਨ ਦੇ ਉੱਤੇ ਆਊਟਪੁੱਟ ਦੇ ਵਿੱਚ ਸਾਨੂੰ ਨੰਬਰ ਇਜ਼ ਨੈਗੇਟਿਵ ਪ੍ਰਿੰਟ ਹੋਇਆ ਦਿਖਾਈ ਦੇਗਾ। ਜੇਕਰ ਇਫ ਕੰਡੀਸ਼ਨ ਫਾਲਸ ਹੁੰਦੀ ਹੈ ਤਾਂ ਪ੍ਰੋਗਰਾਮ ਐਲਸ ਇਫ ਕੰਡੀਸ਼ਨ ਨੂੰ ਚੈੱਕ ਕਰੇਗਾ। ਇੱਥੇ ਐਲਸ ਇਫ ਕੰਡੀਸ਼ਨ ਕੀ ਹੈ ਕਿ ਜੇਕਰ ਕੋਈ ਐਂਟਰ ਕੀਤਾ ਗਿਆ ਨੰਬਰ 0 ਦੇ ਬਰਾਬਰ ਹੁੰਦਾ ਹੈ ਤਾਂ ਕੰਡੀਸ਼ਨ ਟਰੂ ਹੋਏਗੀ
ਅਤੇ ਐਲਸ ਇਫ ਕੋਡ ਐਗਜ਼ੀਕਿਊਟ ਹੋਵੇਗਾ। ਆਊਟਪੁੱਟ ਦੇ ਵਿੱਚ ਸਾਨੂੰ ਨੰਬਰ ਇਜ਼ 0 ਦਿਖਾਈ ਦੇਗਾ। ਹੁਣ ਜੇਕਰ ਇਫ ਅਤੇ ਐਲਸ ਇਫ ਕੰਡੀਸ਼ਨ ਦੋਨੋਂ ਹੀ ਫਾਲਸ ਹੋ ਜਾਂਦੀਆਂ ਹਨ ਤਾਂ ਐਲਸ ਸਟੇਟਮੈਂਟ ਜੋ ਕਿ ਡਿਫਾਲਟ ਸਟੇਟਮੈਂਟ ਹੋਵੇਗੀ ਉਹ ਐਗਜ਼ੀਕਿਊਟ ਹੋ ਜਾਏਗੀ ਅਤੇ ਐਲਸ ਕੋਡ ਐਗਜ਼ੀਕਿਊਟ ਹੋਏਗਾ ਤੇ ਪ੍ਰਿੰਟ ਹੋਏਗਾ ਨੰਬਰ ਇਜ਼ ਪੋਜ਼ਿਟਿਵ। ਵਿਦਿਆਰਥੀਓ, ਐਲਸ ਇਫ ਸਟੇਟਮੈਂਟ ਨੂੰ ਚੰਗੀ ਤਰ੍ਹਾਂ ਤੁਸੀਂ ਸਮਝ ਹੀ ਗਏ ਹੋਵੋਗੇ। ਵਿਦਿਆਰਥੀਓ, ਆਓ ਹੁਣ ਕੁਝ ਬਹੁਵਿਕਲਪੀ ਪ੍ਰਸ਼ਨ ਨੂੰ ਹੱਲ ਕਰਦੇ ਹਾਂ। ਇਹਨਾਂ ਪ੍ਰਸ਼ਨਾਂ ਨੂੰ ਤੁਸੀਂ ਨਾਲ ਹੱਲ ਵੀ ਕਰੋ ਅਤੇ ਆਪਣੀ ਕਾਪੀ ਦੇ ਉੱਤੇ ਨੋਟ ਵੀ ਕਰੋ। ਪਹਿਲਾ ਪ੍ਰਸ਼ਨ ਹੈ, ਇਹਨਾਂ ਵਿੱਚੋਂ ਕਿਹੜਾ ਇੱਕ ਇਫ ਸਟੇਟਮੈਂਟ ਲਈ ਸਹੀ ਸਿੰਟੈਕਸ ਨੂੰ ਦਰਸਾਉਂਦਾ ਹੈ? ਇਹ ਆਪਸ਼ਨ ਹੈ ਇਫ ਬ੍ਰੈਕਟ ਦੇ ਵਿੱਚ ਲਿਖੀ ਹੋਈ ਹੈ ਐਕਸਪ੍ਰੈਸ਼ਨ ਨਾਲ ਸੈਮੀਕੋਲਨ ਲਗਾਇਆ ਹੋਇਆ ਹੈ। ਬੀ ਹੈ ਇਫ ਐਕਸਪ੍ਰੈਸ਼ਨ। ਸੀ ਇਫ ਬ੍ਰੈਕਟ ਦੇ ਵਿੱਚ ਲਿਖੀ ਹੋਈ ਐਕਸਪ੍ਰੈਸ਼ਨ। ਡੀ ਐਕਸਪ੍ਰੈਸ਼ਨ ਇਫ। ਵਿਦਿਆਰਥੀਓ, ਇਸ ਦੀ ਸਹੀ ਉੱਤਰ ਦੀ ਚੋਣ ਕਰੋ। ਬਿਲਕੁਲ ਸਹੀ। ਇਸ ਦਾ ਸਹੀ ਉੱਤਰ ਹੈ ਸੀ ਇਫ ਬ੍ਰੈਕਟ ਦੇ ਵਿੱਚ ਲਿਖੀ ਹੋਈ ਐਕਸਪ੍ਰੈਸ਼ਨ। ਦੂਸਰਾ ਪ੍ਰਸ਼ਨ ਕੀ ਹੈ? ਕੌਮਾ ਨੂੰ ਡੈਸ਼ ਵਜੋਂ ਵਰਤਿਆ ਜਾਂਦਾ ਹੈ। ਸੀ ਭਾਸ਼ਾ ਦੇ ਵਿੱਚ ਅਸੀਂ ਕੌਮਾ ਨੂੰ ਕਿਸ ਵਜੋਂ ਵਰਤਦੇ ਹਾਂ? ਏ ਅ ਸੈਪਰੇਟਰ ਇਨ ਸੀ, ਬੀ ਐਨ ਆਪਰੇਟਰ ਇਨ ਸੀ, ਸੀ ਟਰਮੀਨੇਟਰ ਇਨ ਸੀ, ਡੀ ਅ ਡੈਲੀਮੀਟਰ ਇਨ ਸੀ। ਵਿਦਿਆਰਥੀਓ, ਸਹੀ ਆਪਸ਼ਨ ਦੀ ਚੋਣ ਕਰੋ। ਬਿਲਕੁਲ ਸਹੀ। ਇਸ ਦੀ ਸਹੀ ਆਪਸ਼ਨ ਹੈ ਡੀ ਅ ਡੈਲੀਮੀਟਰ ਇਨ ਸੀ। ਕੌਮਾ ਨੂੰ ਡੈਲੀਮੀਟਰ ਵਜੋਂ ਵਰਤਿਆ ਜਾਂਦਾ ਹੈ। ਪ੍ਰਸ਼ਨ ਨੰਬਰ 3 ਕੀ ਹੈ? ਐਲਸ ਕੀਵਰਡ ਹਮੇਸ਼ਾ ਡੈਸ਼ ਸਟੇਟਮੈਂਟ ਦੇ ਨੇੜੇ ਮੇਲ ਖਾਂਦਾ ਹੈ। ਕਿ ਐਲਸ ਕੀਵਰਡ ਜੋ ਹੈ ਉਹ ਹਮੇਸ਼ਾ ਕਿਹੜੀ ਸਟੇਟਮੈਂਟ ਦੇ ਨੇੜੇ ਮੇਲ ਖਾਂਦਾ ਹੈ? ਇਹ ਆਪਸ਼ਨ ਕੀ ਹੈ? ਸਵਿਚ, ਬੀਚ, ਲੂਪ, ਸੀ ਬ੍ਰੇਕ, ਡੀ ਇਫ। ਵਿਦਿਆਰਥੀਓ, ਸਹੀ ਆਪਸ਼ਨ ਦੀ ਚੋਣ ਕਰੋ। ਬਿਲਕੁਲ ਸਹੀ। ਤੁਸੀਂ ਬਿਲਕੁਲ ਸਹੀ ਉੱਤਰ ਚੁਣਿਆ ਹੈ ਡੀ ਇਫ। ਇਫ ਸਟੇਟਮੈਂਟ ਜੋ ਹੈ ਉਹ ਐਲਸ ਕੀਵਰਡ ਦੇ ਨੇੜੇ ਮੇਲ ਖਾਂਦਾ ਹੈ। ਇਸ ਦਾ ਸਹੀ ਉੱਤਰ ਹੈ ਇਫ ਸਟੇਟਮੈਂਟ। ਪ੍ਰਸ਼ਨ ਨੰਬਰ 4 ਕੀ ਹੈ? ਇੱਕ ਖਾਲੀ ਸਟੇਟਮੈਂਟ ਨੂੰ ਡੈਸ਼ ਦੁਆਰਾ ਪ੍ਰਗਟਾਇਆ ਜਾ ਸਕਦਾ ਹੈ। ਆਪਸ਼ਨ ਕੀ ਹੈ? ਨਿਊ ਲਾਈਨ, ਬਲੈਂਕ ਸਪੇਸ, ਸੈਮੀਕੋਲਨ ਕਿ ਕੋਲਨ। ਵਿਦਿਆਰਥੀਓ, ਸਹੀ ਆਪਸ਼ਨ ਦੀ ਚੋਣ ਕਰੋ। ਬਿਲਕੁਲ ਸਹੀ। ਬੀ ਆਪਸ਼ਨ ਸਹੀ ਹੈ, ਬਲੈਂਕ ਸਪੇਸ। ਇੱਕ ਖਾਲੀ ਸਟੇਟਮੈਂਟ ਨੂੰ ਬਲੈਂਕ ਸਪੇਸ ਦੁਆਰਾ ਪ੍ਰਗਟਾਇਆ ਜਾ ਸਕਦਾ ਹੈ। ਸੀ ਪ੍ਰੋਗਰਾਮਿੰਗ ਲਈ ਆਨਲਾਈਨ ਕੰਪਾਈਲਰ ਦਾ ਲਿੰਕ। ਵਿਦਿਆਰਥੀਓ, ਤੁਸੀਂ ਇਸ ਲਿੰਕ ਰਾਹੀਂ ਸੀ ਪ੍ਰੋਗਰਾਮਿੰਗ ਦੇ ਵਿੱਚ ਪ੍ਰੋਗਰਾਮਿੰਗ ਕਰ ਸਕਦੇ ਹੋ, ਪ੍ਰੋਗਰਾਮ ਬਣਾ ਸਕਦੇ ਹੋ। ਇਸ ਲਿੰਕ ਨੂੰ ਤੁਸੀਂ ਆਪਣੇ ਮੋਬਾਈਲ, ਕੰਪਿਊਟਰ ਜਾਂ ਫਿਰ ਟੈਬਲੇਟ ਦੇ ਉੱਤੇ ਖੋਲ੍ਹ ਕੇ ਇਸ ਵਿੱਚ ਤੁਸੀਂ ਪ੍ਰੋਗਰਾਮ ਬਣਾ ਕੇ ਉਸ ਨੂੰ ਡੀਬਗ ਕਰ ਸਕਦੇ ਹੋ, ਰਨ ਕਰ ਸਕਦੇ ਹੋ। ਇਹ ਵਿਦਿਆਰਥੀਓ ਤੁਹਾਡੀ ਸੁਵਿਧਾ ਲਈ ਦਿੱਤਾ ਗਿਆ ਹੈ। ਤੁਸੀਂ ਇਸ ਨੂੰ ਆਪਣੀ ਕਾਪੀ ਦੇ ਉੱਤੇ ਨੋਟ ਕਰ ਸਕਦੇ ਹੋ। ਸੋ ਵਿਦਿਆਰਥੀਓ, ਅੱਜ ਦੇ ਵੀਡੀਓ ਲੈਕਚਰ ਵਿੱਚ ਜੋ ਅਸੀਂ ਡਿਸਕਸ ਕੀਤਾ ਹੈ, ਮੈਨੂੰ ਆਸ ਹੈ ਕਿ ਹਰ ਇੱਕ ਟੌਪਿਕ ਤੁਹਾਨੂੰ ਸਮਝ ਆਇਆ ਹੋਵੇਗਾ। ਤੁਹਾਨੂੰ ਅੱਜ ਦਾ ਲੈਕਚਰ ਕਿਵੇਂ ਲੱਗਿਆ, ਇਸ ਦੀ ਫੀਡਬੈਕ ਤੁਸੀਂ ਸਕਰੀਨ ਤੇ ਦਿੱਤੇ ਹੋਏ ਮੇਰੇ ਮੋਬਾਈਲ ਨੰਬਰ ਤੇ ਜਾਂ ਮੇਰੀ ਈਮੇਲ ਆਈਡੀ ਤੇ ਦੇ ਸਕਦੇ ਹੋ। ਧੰਨਵਾਦ।